Hello students, welcome back to my class. Dear students, revision material for term 1 exam has been prepared by Department of School Education. So in this video, we'll discuss the poem Upagupta by Rabindranath Tagore. So question number 1 is read the following stanzas and answer the questions that follow. Stanza is Upagupta, the disciple of Buddha, lay asleep in the dust by the city wall of Mathura. Lamps were all out, doors were all shut, and stars were all hidden by the murky sky of August. Upagupta, ਜੋ ਕਿ ਬੁੱਧ ਦਾ ਚੇਲਾ ਸੀ, ਮਥੁਰਾ ਸ਼ਹਿਰ ਦੀ ਕੰਧ ਦੇ ਨਾਲ ਮਿੱਟੀ ਦੇ ਉੱਪਰ ਲੇਟਿਆ ਹੋਇਆ ਸੀ। ਸਾਰੇ ਲੈਂਪ ਬੁਝੇ ਹੋਏ ਸੀ, ਸਾਰੇ ਦਰਵਾਜ਼ੇ ਬੰਦ ਸੀ ਤੇ ਅਗਸਤ ਦੇ ਬੱਦਲਾਂ ਵਾਲੇ ਆਕਾਸ਼ ਦੇ ਵਿੱਚ ਤਾਰੇ ਛਿਪੇ ਹੋਏ ਸੀ। ਆਪਾਂ ਇਸ ਸਟੈਂਜਾ ਦੇ ਬੇਸ ਤੇ ਆਨਸਰਸ ਦੇਣੇ ਆ। ਕੁਐਸਚਨ ਨੰਬਰ 1 ਨੇਮ ਦਾ ਪੋਇਟ ਆਫ ਦਾ ਪੋਇਮ। ਪੋਇਟ ਦੱਸਣਾ ਹੈ ਇਸ ਪੋਇਮ ਦਾ ਕੌਣ ਹੈ, ਤਾਂ ਆਨਸਰ ਇਜ਼ ਰਵਿੰਦਰਨਾਥ ਟੈਗੋਰ। ਹੂ ਵਾਜ਼ ਉਪਾਗੁਪਤਾ, ਉਪਾਗੁਪਤਾ ਕੌਣ ਸੀ? ਅ ਡਿਸਾਈਪਲ ਆਫ ਬੁੱਧਾ, ਬੁੱਧਾ ਦਾ ਚੇਲਾ ਸੀ। ਵੇਅਰ ਵਾਜ਼ ਉਪਾਗੁਪਤਾ ਸਲੀਪਿੰਗ, ਉਪਾਗੁਪਤਾ ਕਿੱਥੇ ਸੋ ਰਿਹਾ ਸੀ? ਬਾਈ ਦ ਸਿਟੀ ਵਾਲ ਆਫ ਮਥੁਰਾ, ਬੀ ਆਪਸ਼ਨ। ਕੁਐਸਚਨ 4 ਇਟ ਵਾਜ਼ ਅ ਡਾਰਕ ਨਾਈਟ ਆਫ, ਕਿਹੜੇ ਮਹੀਨੇ ਦੀ ਡਾਰਕ ਨਾਈਟ ਸੀ? ਤਾਂ ਅਗਸਤ ਦਾ ਜ਼ਿਕਰ ਆਇਆ, ਤਾਂ ਆਨਸਰ ਇਜ਼ ਅਗਸਤ। Stanza number 2. Whose feet were those tinkling with anklets, touching his breast of a sudden? He woke up startled, and a light from a woman's lamp fell on his forgiving eyes. It was the dancing girl, starred with jewels, wearing a pale blue mantle, drunk with the wine of her youth. She lowered her lamp and saw a young face, austerely beautiful. ਪੰਜੇਬ ਨਾਲ ਛਨਕਦੇ ਹੋਏ ਇਹ ਕਿਹਦੇ ਪੈਰ ਸੀ ਜੋ ਉਹਦੀ ਛਾਤੀ ਦੇ ਨਾਲ ਟਕਰਾਏ? ਉਹ ਇੱਕਦਮ ਉੱਠ ਕੇ ਬੈਠ ਗਿਆ ਅਤੇ ਇੱਕ ਲੇਡੀ ਦੇ ਲੈਂਪ ਦੇ ਵਿੱਚੋਂ ਆਉਂਦੀ ਹੋਈ ਲਾਈਟ ਉਹਦੀਆਂ ਫੋਰਗਿਵਿੰਗ ਆਈਜ਼ ਦੇ ਉੱਤੇ ਪਈ। ਉਹ ਇੱਕ ਜੈਵਲਸ ਦੇ ਨਾਲ ਸਜੀ ਹੋਈ ਡਾਂਸਿੰਗ ਗਰਲ ਸੀ। ਉਹਨੇ ਹੀਰੇ ਪਾਏ ਹੋਏ ਸੀ ਅਤੇ ਉਹਨੇ ਇੱਕ ਪੀਲੇ ਜਿਹੇ ਅਤੇ ਨੀਲੇ ਜਿਹੇ ਰੰਗ ਦੇ ਕੱਪੜੇ ਪਹਿਨੇ ਹੋਏ ਸੀ। ਉਹਨੂੰ ਆਪਣੀ ਜਵਾਨੀ ਦੇ ਉੱਤੇ ਬਹੁਤ ਮਾਣ ਸੀ। ਉਹਨੇ ਆਪਣਾ ਲੈਂਪ ਹੇਠਾਂ ਕੀਤਾ ਅਤੇ ਉਹਦੇ ਸੋਹਣੇ ਜਿਹੇ ਚਿਹਰੇ ਨੂੰ ਦੇਖਿਆ। ਕੁਐਸਚਨ ਨੰਬਰ 1 ਵਟ ਵੋਕ ਅਪ ਉਪਾਗੁਪਤਾ, ਉਪਾਗੁਪਤਾ ਨੂੰ ਕਿਸ ਨੇ ਜਗਾਇਆ? ਤਾਂ ਆਨਸਰ ਹੈ ਟੱਚ ਆਫ ਏ ਵੋਮਨਸ ਫੀਟ, ਇੱਕ ਵੋਮਨ ਦੇ ਪੈਰਾਂ ਦੀ ਟੱਚ ਨੇ। ਕੁਐਸਚਨ ਨੰਬਰ 2 ਦ ਡਾਂਸਿੰਗ ਗਰਲ ਵਾਜ਼ ਵੀਰਿੰਗ ਏ ਪੇਲ ਡੈਸ਼ ਮੈਂਟਲ, ਮੈਂਟਲ ਹੁੰਦਾ ਵਸਤਰ। ਜਿਹੜੀ ਉਹ ਨੱਚਣ ਵਾਲੀ ਲੜਕੀ ਸੀ ਉਹਨੇ ਕਿਹੜੇ ਰੰਗ ਦੇ ਕੱਪੜੇ ਪਾਏ ਸੀ? ਪੀਲੇ ਅਤੇ ਬਲੂ ਕਲਰ ਦੇ, ਤਾਂ ਆਪਸ਼ਨ ਹੈ ਡੀ। ਨੈਕਸਟ ਹੈ ਦ ਡਾਂਸਿੰਗ ਗਰਲ ਵਾਜ਼ ਪ੍ਰਾਊਡ ਆਫ ਹਰ, ਉਹਨੂੰ ਆਪਣੀ ਕਿਹੜੀ ਚੀਜ਼ 'ਤੇ ਮਾਣ ਸੀ? ਬਿਊਟੀ, ਆਨਸਰ ਹੈ ਸੀ। ਕੁਐਸਚਨ ਨੰਬਰ 4 ਹੂ ਵਾਜ਼ ਡਰੰਕ ਵਿਦ ਦ ਵਾਈਨ ਆਫ ਯੂਥ, ਜਵਾਨੀ ਦੇ ਨਸ਼ੇ ਵਿੱਚ ਕੌਣ ਮਸਤ ਸੀ? ਤਾਂ ਆਨਸਰ ਹੈ ਦ ਡਾਂਸਿੰਗ ਗਰਲ, ਡੀ ਆਪਸ਼ਨ। ਸਟੈਂਜਾ ਨੰਬਰ 3 Forgive me, young ascetic, said the woman, graciously come to my house. The dusty earth is not fit bed for you. The young ascetic answered, woman, go on your way. When the time is ripe, I'll come to you. ਮੈਨੂੰ ਮਾफ़ ਕਰ ਦਿਓ ਯੰਗ ਸੰਨਿਆਸੀ, ਉਸ ਲੇਡੀ ਨੇ ਕਿਹਾ, ਅਤੇ ਦਇਆਵਾਨ ਵਿਅਕਤੀ ਤੁਸੀਂ ਮੇਰੇ ਘਰੇ ਆਓ। ਇਹ ਮਿੱਟੀ ਦਾ ਜੋ ਬਿਸਤਰ ਹੈ ਇਹ ਤੁਹਾਡੇ ਲਈ ਯੋਗ ਨਹੀਂ ਹੈ। ਤਾਂ ਉਸ ਸੰਨਿਆਸੀ ਨੇ ਕਿਹਾ ਤੁਸੀਂ ਆਪਣੇ ਘਰ ਜਾਓ ਅਤੇ ਜਦੋਂ ਸਹੀ ਸਮਾਂ ਆਊਗਾ ਤਾਂ ਮੈਂ ਤੁਹਾਡੇ ਕੋਲ ਆਊਂਗਾ। ਕੁਐਸਚਨ ਨੰਬਰ 1 ਦਾ ਡਾਂਸਿੰਗ ਗਰਲ ਇਨਵਾਈਟਡ ਉਪਾਗੁਪਤਾ ਟੂ ਹਰ, ਆਨਸਰ ਹੈ ਹਾਊਸ। ਨੱਚਣ ਵਾਲੀ ਲੜਕੀ ਨੇ ਉਪਾਗੁਪਤਾ ਨੂੰ ਆਪਣੇ ਘਰ ਬੁਲਾਇਆ। ਨੈਕਸਟ ਹੈ ਦ ਡਸਟੀ ਅਰਥ ਇਜ਼ ਨਾਟ ਫਿਟ ਬੈਡ ਫॉर ਯੂ, ਹੂ ਸੈਡ ਦੀਜ਼ ਵਰਡਸ ਟੂ ਹੋਮ। ਇਹ ਮਿੱਟੀ ਦਾ ਜੋ ਬਿਸਤਰਾ ਹੈ ਇਹ ਤੁਹਾਡੇ ਲਈ ਉਚਿਤ ਨਹੀਂ ਹੈ। ਇਹ ਸ਼ਬਦ ਕਿਹਨੇ ਕਿਹਨੂੰ ਕਹੇ ਸੀ? ਇਹ ਨੱਚਣ ਵਾਲੀ ਲੜਕੀ ਨੇ ਉਪਾਗੁਪਤਾ ਨੂੰ ਕਹੇ ਸੀ। ਸੋ ਸਾਡੀ ਰਾਈਟ ਆਪਸ਼ਨ ਹੈ ਸੀ। ਨੈਕਸਟ ਇਜ਼ ਵੈਨ ਦ ਟਾਈਮ ਇਜ਼ ਰਾਈਪ ਆਈ ਵਿਲ ਕਮ ਟੂ ਯੂ, ਹੂ ਇਜ਼ ਆਈ ਇਨ ਦਿਸ ਲਾਈਨ। ਜਦੋਂ ਉਚਿਤ ਸਮਾਂ ਆਊਗਾ ਤਾਂ ਮੈਂ ਆਊਂਗਾ, ਇਸ ਦੇ ਵਿੱਚ ਵਰਡ ਆਈ ਲੱਗਿਆ। ਆਈ ਕਿਹਦੇ ਲਈ ਹੈ? ਤਾਂ ਆਨਸਰ ਹੈ ਉਪਾਗੁਪਤਾ। Next है whom woman go on your way when the time is ripe I'll come to you, who said these words to whom?
ਵੋਮੈਨ ਤੁਸੀਂ ਜਾਓ, ਜਦੋਂ ਉਚਿਤ ਸਮਾਂ ਆਏਗਾ ਤਾਂ ਮੈਂ ਆਊਂਗਾ। ਇਹ ਸ਼ਬਦ ਕਿਹਨੇ ਕਿਹਨੂੰ ਕਹੇ ਸੀ? ਤਾਂ ਇਹ ਸ਼ਬਦ ਉਪਾ ਗੁਪਤਾ ਨੇ ਉਸ ਨੱਚਣ ਵਾਲੀ ਲੜਕੀ ਨੂੰ ਕਹੇ ਸੀ। ਉਪਾ ਗੁਪਤਾ ਟੂ ਦ ਡੈਂਸਿੰਗ ਗਰਲ, ਆਪਸ਼ਨ ਬੀ। Stanza number 4. Suddenly the black night showed its teeth in a flash of lightning. The storm growled from the corner of the sky, and the woman trembled in fear of some unknown danger. ਅਚਾਨਕ ਹੀ ਬਿਜਲੀ ਦੀ ਚਮਕ ਦੇ ਨਾਲ ਕਾਲੀ ਰਾਤ ਨੇ ਆਪਣੇ ਦੰਦ ਵਿਖਾਏ ਤੇ ਆਕਾਸ਼ ਦੇ ਇੱਕ ਕੋਨੇ ਦੇ ਵਿੱਚੋਂ ਤੂਫਾਨ ਗਰਜਿਆ ਤੇ ਉਹ ਇਸਤਰੀ ਸੀ ਜਿਹੜੀ ਉਹ ਡਰ ਨਾਲ ਕੰਬ ਗਈ। A year had not yet passed. It was evening of a day in April in spring season. The branches of the wayside trees were full of blossom. Gay notes of a flute came floating in the warm spring air from afar. A year had not yet passed. It was evening of a day in April. In spring season, the branches of the wayside trees were full of blossom. ਹਜੇ ਸਾਲ ਵੀ ਨਹੀਂ ਸੀ ਬੀਤਿਆ ਤੇ ਅਪ੍ਰੈਲ ਦੇ ਮਹੀਨੇ ਦੀ ਈਵਨਿੰਗ ਸੀ, ਸਪਰਿੰਗ ਸੀਜ਼ਨ ਸੀ। ਸੜਕ ਦੇ ਕਿਨਾਰੇ ਰੁੱਖ ਜਿਹੜੇ ਸੀ ਫੁੱਲਾਂ ਦੇ ਨਾਲ ਲੱਦੇ ਹੋਏ ਸੀ। Gay notes of a flute came floating in the warm spring air from afar. The citizens had gone to the woods for the festival of spring season। ਦੀ ਹਵਾ ਦੇ ਵਿੱਚ ਜਿਸ ਤਰ੍ਹਾਂ ਬੰਸਰੀ ਦੀ ਮਧੁਰ ਆਵਾਜ਼ ਆਉਂਦੀ ਹੈ, ਇਸ ਤਰ੍ਹਾਂ ਦੀਆਂ ਲਹਿਰਾਂ ਦੀ ਆਵਾਜ਼ ਆ ਰਹੀ ਸੀ ਅਤੇ ਸਾਰੇ ਜਿਹੜੇ ਸਿਟੀਜ਼ਨ ਸੀ ਉਹ ਜੰਗਲਾਂ ਦੇ ਵਿੱਚ ਬਸੰਤ ਦਾ ਤਿਉਹਾਰ ਮਨਾਉਣ ਲਈ ਗਏ ਹੋਏ ਸੀ। Question number 1. Which figure of speech is used in the line, Suddenly the black night showed its teeth in a flash of lightning? ਤਾਂ ਆਪਾਂ ਦੱਸਣਾ ਹੈ ਕਿ ਇਸ ਲਾਈਨ ਦੇ ਵਿੱਚ ਕਿਹੜਾ ਫਿਗਰ ਆਫ ਸਪੀਚ ਹੈ। ਤਾਂ ਸਾਡਾ ਆਨਸਰ ਹੈ ਪਰਸੋਨੀਫਿਕੇਸ਼ਨ। ਇਹਦੇ ਵਿੱਚ ਉਸ ਨਾਈਟ ਦੀ ਤੁਲਨਾ ਇਨਸਾਨਾਂ ਦੇ ਨਾਲ ਕੀਤੀ ਹੋਈ ਹੈ। ਨੈਕਸਟ ਇਜ਼ ਵਾਈ ਡਿਡ ਦ ਵੂਮਨ ਟਰੈਂਬਲ? ਲੇਡੀ ਜਿਹੜੀ ਸੀ ਉਹ ਕਿਉਂ ਕੰਬ ਗਈ ਸੀ? ਤਾਂ ਆਨਸਰ ਹੈ ਉਹ ਕਿਸੇ ਅਣਜਾਣ ਖਤਰੇ ਦੇ ਕਾਰਨ, ਬਿਕੋਜ਼ ਆਫ ਸਮ ਅਨਨੋਨ ਡੇਂਜਰ। ਨੈਕਸਟ ਹੈ ਦ ਪੀਪਲ ਹੈਡ ਗੋਨ ਟੂ ਸੈਲੀਬ੍ਰੇਟ ਵਿਚ ਫੈਸਟੀਵਲ? ਲੋਕ ਕਿਹੜਾ ਤਿਉਹਾਰ ਮਨਾਉਣ ਲਈ ਗਏ ਹੋਏ ਸੀ? ਆਨਸਰ ਹੈ ਫੈਸਟੀਵਲ ਆਫ ਫਲਾਵਰਸ, ਫੁੱਲਾਂ ਦਾ ਤਿਉਹਾਰ। Question number 4. On the basis of the above given stanza, which of the following statements are true? ਆਪਾਂ ਇਹ ਦੱਸਣਾ ਹੈ ਕਿ ਇਸ ਸਟੈਂਜਾ ਦੇ ਬੇਸ ਤੇ ਕਿਹੜੀਆਂ ਸਟੇਟਮੈਂਟਸ ਟਰੂ ਹੈ। ਨੰਬਰ 1, ਇਟ ਵਾਜ਼ ਏ ਸਟੋਰਮੀ ਨਾਈਟ, ਬਿਲਕੁਲ ਠੀਕ ਹੈ। ਤੂਫਾਨੀ ਰਾਤ ਸੀ। ਦ ਵੂਮਨ ਵਾਜ਼ ਅਫਰੇਡ, ਵੂਮਨ ਡਰ ਗਈ ਸੀ, ਇਹ ਵੀ ਠੀਕ ਹੈ। ਇਟ ਵਾਜ਼ ਸਪਰਿੰਗ ਸੀਜ਼ਨ, ਬਸੰਤ ਦਾ ਮੌਸਮ ਸੀ, ਇਹ ਵੀ ਠੀਕ ਹੈ। ਦ ਸਿਟੀਜ਼ਨਸ ਵਰ ਨਾਟ ਐਟ ਹੋਮ, ਜਿਹੜੇ ਸਿਟੀਜ਼ਨ ਸੀ ਉਹ ਘਰੇ ਨਹੀਂ ਸੀ, ਕਿਉਂਕਿ ਇਹ ਵੀ ਟਰੂ ਹੈ ਕਿਉਂਕਿ ਉਹ ਸਾਰੇ ਫੁੱਲਾਂ ਦਾ ਤਿਉਹਾਰ ਮਨਾਉਣ ਲਈ ਗਏ ਹੋਏ ਸੀ। ਤਾਂ ਸਾਡੀ ਰਾਈਟ ਆਪਸ਼ਨ ਹੈ ਏ। Stanza number 5. From the mid sky gazed the full moon on the shadows of the silent town. Mid sky ਦੇ ਵਿੱਚੋਂ ਫੁੱਲ ਮੂਨ ਮਤਲਬ ਚੰਦਰਮਾ, ਪੂਰਾ ਚੰਦਰਮਾ ਜਿਹੜਾ ਸੀ ਉਹ ਸਾਇਲੈਂਟ ਟਾਊਨ ਦੇ ਹਨੇਰੇ ਨੂੰ ਟਿਕਟਿਕੀ ਲਗਾ ਕੇ ਦੇਖ ਰਿਹਾ ਸੀ। The young ascetic was walking along the lonely street. ਤੇ ਜਵਾਨ ਸੰਨਿਆਸੀ ਸੁੰਨਸਾਨ ਗਲੀ ਦੇ ਵਿੱਚੋਂ ਜਾ ਰਿਹਾ ਸੀ। While overhead the lovesick coils uttered from the mango branches their sleepless plaint. ਤੇ ਅੰਬ ਦੇ ਦਰਖਤਾਂ ਦੇ ਵਿੱਚ ਬੈਠੀਆਂ ਹੋਈਆਂ ਲਵਸਿਕ ਕੋਇਲਸ ਆਪਣੇ ਬਿਰਹਾ ਦੇ ਗੀਤ ਗਾ ਰਹੀਆਂ ਸੀ। Question number 1. The dash gazed on the shadows of the town. ਕੌਣ ਸ਼ਹਿਰ ਦੇ ਹਨੇਰੇ ਨੂੰ ਟਿਕਟਿਕੀ ਲਗਾ ਕੇ ਦੇਖ ਰਿਹਾ ਸੀ? ਤਾਂ ਆਨਸਰ ਹੈ ਫੁੱਲ ਮੂਨ। ਨੈਕਸਟ ਹੈ who was walking lonely in the streets? ਗਲੀਆਂ ਦੇ ਵਿੱਚੋਂ ਕੌਣ ਜਾ ਰਿਹਾ ਸੀ? ਤਾਂ ਆਨਸਰ ਹੈ ਉਪਾ ਗੁਪਤਾ। ਨੈਕਸਟ ਹੈ what does the word ascetic mean? ascetic ਵਰਡ ਦਾ ਕੀ ਮਤਲਬ ਹੁੰਦਾ? ਸੰਨਿਆਸੀ, ਮੌਂਕ, ਭਿਕਸ਼ੂ ਜਾਂ ਸੰਨਿਆਸੀ। ਨੈਕਸਟ ਹੈ where were the coils singing? ਕੋਇਲ ਕਿੱਥੇ ਗਾ ਰਹੀਆਂ ਸੀ? on the branches of the mango trees. ਉਹ ਅੰਬ ਦੇ ਦਰਖਤਾਂ ਦੇ ਵਿੱਚ ਬੈਠੀਆਂ, ਉਹਨਾਂ ਦੀਆਂ ਟਾਹਣੀਆਂ 'ਤੇ ਬੈਠੀਆਂ ਗਾ ਰਹੀਆਂ ਸੀ। ਆਪਸ਼ਨ ਹੈ ਬੀ। Stanza number 6. Upagupta passed through the city gates and stood at the base of the rampart. Upagupta city gate ਦੇ ਵਿੱਚੋਂ ਬਾਹਰ ਆਇਆ ਤੇ ਸਿਟੀ ਦੀ ਕੰਧ ਦੇ ਨਾਲ ਆ ਕੇ ਖੜਾ ਹੋ ਗਿਆ। Was that a woman lying at his feet in the shadow of the mango grove? ਉਹ ਕਿਹੜੀ ਲੇਡੀ ਸੀ ਜੋ ਉਹਦੇ ਪੈਰਾਂ ਦੇ ਕੋਲ ਕੰਧ ਦੀ ਛਾਂ ਦੇ ਵਿੱਚ ਲੇਟੀ ਹੋਈ ਸੀ?
struck with black pestilence, her body spotted with the sores of smallpox. ਉਹ ਕਾਲੇ ਪਲੇਗ ਦੇ ਨਾਲ ਪੀੜਿਤ ਸੀਗੀ ਤੇ ਉਹਦੀ ਪੂਰੀ ਬਾਡੀ ਦੇ ਉੱਤੇ ਜ਼ਖਮ ਹੋ ਗਏ ਸੀ, ਫੋੜੇ ਹੋ ਗਏ ਸੀ. She had been hurriedly removed from the town to avoid her poisonous contagion. ਉਹਨੂੰ ਕਾਲੀ ਦੇ ਨਾਲ ਟਾਊਨ ਦੇ ਵਿੱਚੋਂ ਰਿਮੂਵ ਕਰ ਦਿੱਤਾ ਗਿਆ ਸੀ ਤਾਂ ਕਿ ਉਸਦੀ ਜੋ ਜ਼ਹਿਰੀਲੀ ਇਨਫੈਕਸ਼ਨ ਹੈ ਉਸ ਤੋਂ ਬਚਿਆ ਜਾ ਸਕੇ. ਕੁਐਸਚਨ ਨੰਬਰ 1, ਦ ਡੈਂਸਿੰਗ ਗਰਲ ਵਾਜ਼ ਲਾਈਂਗ ਇਨ ਦ ਸ਼ੈਡੋ ਆਫ ਦਾ, ਆਨਸਰ ਹੈ ਮੈਂਗੋ ਗਰੂਵ. ਕਿੱਥੇ ਲੇਟੀ ਹੋਈ ਸੀ? ਮੈਂਗੋ ਗਰੂਵ ਦੀ ਛਾਂ ਦੇ ਹੇਠਾਂ ਲੇਟੀ ਹੋਈ ਸੀ. ਨੈਕਸਟ ਹੈ ਰਾਈਟ ਦ ਫਿਗਰ ਆਫ ਸਪੀਚ ਯੂਜ਼ਡ ਇਨ ਦ ਲਾਈਨ ਸਪੌਟਡ ਵਿਦ ਸੋਰਸ ਆਫ ਸਮਾਲ ਪੌਕਸ. ਆਪਾਂ ਇਹ ਦੱਸਣਾ ਕਿ ਇਸ ਲਾਈਨ ਦੇ ਵਿੱਚ ਫਿਗਰ ਆਫ ਸਪੀਚ ਕਿਹੜਾ ਹੈ. ਤਾਂ ਇਹਦੇ ਵਿੱਚ ਦੇਖੋ ਬੇਟਾ, ਆ ਸਪੌਟਡ ਦੀ ਐਸ ਦੀ ਸਾਊਂਡ, ਫਿਰ ਐਸ ਦੀ ਸਾਊਂਡ, ਫਿਰ ਐਸ ਦੀ ਸਾਊਂਡ, ਰਿਪੀਟਡਲੀ ਇੱਕੋ ਵਰਡ ਦੀ ਸਾਊਂਡ ਹੈ. ਜਦੋਂ ਰਿਪੀਟਡਲੀ ਇੱਕੋ ਵਰਡ ਦੀ ਸਾਊਂਡ ਹੋਵੇ then we call it alliteration. The option is D. Next is, why was the woman hurriedly removed from the town? ਉਸ ਲੇਡੀ ਨੂੰ ਟਾਊਨ ਦੇ ਵਿੱਚੋਂ ਕਾਹਲੀ ਨਾਲ ਕਿਉਂ ਕੱਢ ਦਿੱਤਾ ਗਿਆ ਸੀ? To avoid her poisonous contagion. ਉਹਦੀ ਜੋ ਜ਼ਹਿਰੀਲੀ ਉਹਨੂੰ ਇਨਫੈਕਸ਼ਨ ਹੋ ਗਈ ਸੀ ਉਹਦੇ ਤੋਂ ਬਚਣ ਦੇ ਲਈ. ਨੈਕਸਟ ਹੈ the dancing girl's body was struck with. ਉਹ ਜਿਹੜੀ ਨੱਚਣ ਵਾਲੀ ਲੜਕੀ ਸੀ ਉਹਦੀ ਬਾਡੀ ਦੇ ਉੱਤੇ ਕੀ ਹੋ ਗਿਆ ਸੀਗਾ? ਪੈਸਟੀਲੈਂਸ, ਪਲੇਗ ਹੋ ਗਈ ਸੀ ਉਹਨੂੰ. ਇਹ ਆਪਸ਼ਨ ਹੈ. ਲਾਸਟ ਸਟੈਂਜਾ ਆਫ ਦਾ ਪੋਇਮ ਇਜ਼ ਦ ਅਸੈਸਟਿਕ ਸੈਟ ਬਾਈ ਹਰ ਸਾਈਡ ਟੁੱਕ ਹਰ ਹੈਡ ਔਨ ਹਿਜ਼ ਨੀਜ਼. ਤਾਂ ਸੰਨਿਆਸੀ ਦੇ ਕੋਲ ਬੈਠ ਗਿਆ, ਉਹਦਾ ਸਿਰ ਉਹਨੇ ਆਪਣੇ ਗੋਡਿਆਂ 'ਤੇ ਰੱਖ ਲਿਆ. ਐਂਡ ਮੋਇਸਟਨਡ ਹਰ ਲਿਪਸ ਵਿਦ ਵਾਟਰ ਐਂਡ ਸਮੀਅਰਡ ਹਰ ਬਾਡੀ ਵਿਦ ਸੰਦਲ ਬਾਮ. ਉਹਦੇ ਬੁੱਲ੍ਹਾਂ ਨੂੰ ਉਹਨੇ ਪਾਣੀ ਲਾਇਆ, ਉਹਦੀ ਬਾਡੀ ਦੇ ਉੱਤੇ ਉਹਨੇ ਮੱਲਮ ਲਗਾਈ, ਸੰਦਲ ਦਾ ਬਾਮ ਸੀ ਜਿਹੜੀ ਉਹ ਲਗਾਇਆ. ਹੂ ਆਰ ਯੂ ਮਰਸੀਫੁਲ ਵਨ ਆਸਕਡ ਦ ਵੂਮਨ. ਵੂਮਨ ਨੇ ਪੁੱਛਿਆ, ਹੇ ਦਇਆਵਾਨ ਮਨੁੱਖ ਤੂੰ ਕੌਣ ਹੈ? ਦ ਟਾਈਮ ਐਟ ਲਾਸਟ ਹੈਜ਼ ਕਮ ਟੂ ਵਿਜ਼ਿਟ ਯੂ ਐਂਡ ਆਈ ਐਮ ਹੀਅਰ, ਰਿਪਲਾਈਡ ਦ ਯੰਗ ਅਸੈਸਟਿਕ. ਤਾਂ ਉਸ ਨੌਜਵਾਨ ਨੇ ਕਿਹਾ, ਅਖੀਰ ਉਹ ਟਾਈਮ ਆ ਗਿਆ, ਮੈਂ ਤੇਰੇ ਕੋਲ ਹਾਂ, ਮੈਂ ਤੈਨੂੰ ਵਿਜ਼ਿਟ ਕਰ ਲਿਆ, ਮੈਂ ਤੇਰੇ ਕੋਲ ਹਾਂ. ਕੁਐਸਚਨ ਨੰਬਰ 1, ਹੂ ਸੈਟ ਬਾਈ ਦ ਸਾਈਡ ਆਫ ਦ ਵੂਮੈਨ. ਵੂਮੈਨ ਦੇ ਕੋਲ ਕੌਣ ਬੈਠ ਗਿਆ? ਤਾਂ ਆਨਸਰ ਹੈ ਦ ਅਸੈਸਟਿਕ ਉਪਾਗੁਪਤਾ. ਸੰਨਿਆਸੀ ਉਪਾਗੁਪਤਾ ਕੋਲ ਬੈਠ ਗਿਆ ਉਹਦੇ. ਹਾਊ ਡਿਡ ਦ ਅਸੈਸਟਿਕ ਹੈਲਪ ਦ ਵੂਮੈਨ. ਉਸ ਸੰਨਿਆਸੀ ਨੇ ਵੂਮੈਨ ਦੀ ਹੈਲਪ ਕਿਵੇਂ ਕੀਤੀ? ਨੰਬਰ ਏ 'ਤੇ ਟੁੱਕ ਹਰ ਹੈਡ ਔਨ ਹਿਜ਼ ਨੀਜ਼. ਉਹਨੇ ਉਹਦਾ ਸਿਰ ਆਪਣੇ ਗੋਡਿਆਂ 'ਤੇ ਰੱਖ ਲਿਆ. ਮੋਇਸਟਨਡ ਹਰ ਲਿਪਸ. ਉਹਦੇ ਬੁੱਲ੍ਹਾਂ ਨੂੰ ਪਾਣੀ ਲਾਇਆ. ਅਪਲਾਈਡ ਬਾਮ ਔਨ ਹਰ ਬਾਡੀ. ਉਹਦੀ ਬਾਡੀ 'ਤੇ ਮੱਲਮ ਲਗਾਈ. ਆਲ ਦਾ ਅਬਵ ਤਾਂ ਸਾਡੀ ਰਾਈਟ ਆਪਸ਼ਨ ਹੈ ਡੀ. ਉਹਨੇ ਸਾਰਾ ਕੁਝ ਹੀ ਕੀਤਾ ਸੀ, ਸੋ ਡੀ ਆਪਸ਼ਨ, ਆਲ ਦਾ ਅਬਵ. ਨੈਕਸਟ ਇਜ਼ ਹੂਮ ਡਿਡ ਦ ਵੂਮੈਨ ਕਾਲ ਮਰਸੀਫੁਲ ਵਨ. ਉਸ ਵੂਮੈਨ ਨੇ ਕਿਹਨੂੰ ਮਰਸੀਫੁਲ ਵਨ ਕਿਹਾ? ਕਿਹਨੂੰ ਕਿਹਾ ਦਇਆਵਾਨ ਇਨਸਾਨ? ਤਾਂ ਉਸਨੇ ਕਿਹਾ ਦ ਅਸੈਸਟਿਕ ਉਪਾਗੁਪਤਾ ਨੂੰ, ਉਸ ਸੰਨਿਆਸੀ ਉਪਾਗੁਪਤਾ ਨੂੰ. ਨੈਕਸਟ ਕੁਐਸਚਨ ਨੰਬਰ 4, ਵਟ ਇਜ਼ ਦ ਸਿਗਨੀਫਿਕੈਂਸ ਆਫ ਦ ਲਾਈਨ ਦ ਟਾਈਮ ਹੈਜ਼ ਕਮ ਐਟ ਲਾਸਟ ਹੈਜ਼ ਕਮ ਟੂ ਵਿਜ਼ਿਟ ਯੂ ਐਂਡ ਆਈ ਐਮ ਹੀਅਰ. ਇਹ ਗੱਲ ਕਿਹਨੇ ਕਹੀ ਸੀ? ਇਸ ਗੱਲ ਦਾ ਕੀ ਮੀਨਿੰਗ ਹੈ? ਇਸ ਗੱਲ ਦਾ ਮੀਨਿੰਗ ਹੈ ਕਿ ਐਵਰੀਥਿੰਗ ਇਜ਼ ਪ੍ਰੀ ਡਿਸਟਾਈਨਡ, ਕਿ ਹਰ ਇੱਕ ਚੀਜ਼ ਪਹਿਲਾਂ ਤੋਂ ਹੀ ਨਿਸ਼ਚਿਤ ਹੈ. ਤਾਂ ਆਪਸ਼ਨ ਹੈ ਏ. ਤਾਂ ਡੀਅਰ ਸਟੂਡੈਂਟਸ, ਆਈ ਹੋਪ ਤੁਹਾਨੂੰ ਇਹ ਸਾਰੇ ਕੁਐਸਚਨਸ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ. ਬੇਟਾ ਆਪਣੀ ਤਿਆਰੀ ਦੇ ਲਈ ਇਹਨਾਂ ਵੀਡੀਓਜ਼ ਨੂੰ ਬਾਰ-ਬਾਰ ਦੇਖੋ ਜਦੋਂ ਤੱਕ ਤੁਹਾਨੂੰ ਸਾਰੇ ਕੁਐਸਚਨ ਯਾਦ ਨਹੀਂ ਹੋ ਜਾਂਦੇ. ਥੈਂਕ ਯੂ, ਹੈਵ ਅ ਨਾਈਸ ਡੇ.